जुगो जुग टल गुरु गरीब निवाज धन धन साहिब श्री गुरु ग्रंथ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰੂ ਗੋਦ ਵਿੱਚ ਸਜ ਬੈਠੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਵਾਕ ਅਨੁਸਾਰ ਧੰਨ श्री गुरु ग्रंथ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਰਦਾਰ ਸਤਨਾਮ ਸਿੰਘ ਜੀ ਔਰ ਬੀਬਾ ਜਸਵਿੰਦਰ ਕੌਰ ਜੀ, ਤਿੰਨਾਂ ਦੀ ਬੇਟੀ ਬਲਜੀਤ ਕੌਰ, ਤਿੰਨਾਂ ਦੇ ਪੁੱਤਰ ਕਾਕਾ ਸਰਤਾਜ ਸਿੰਘ ਜੀ, ਬੱਚੀ ਸਿਮਰਨ ਕੌਰ, ਅਰਮੀਤ ਕੌਰ, ਸਰਦਾਰ ਜਗਦੀਪ ਸਿੰਘ ਜੀ ਚਾਹਲ ਔਰ ਬੀਬਾ ਗੁਰਪ੍ਰੀਤ ਕੌਰ ਜੀ, ਗੁਰੂ ਸਾਹਿਬ ਜੀ ਨੇ ਸਮੂਹ ਪਰਿਵਾਰ ਨੂੰ ਨਵੇਂ ਮਕਾਨ ਗ੍ਰਹਿ ਬਖਸ਼ਿਸ਼ ਕੀਤੇ ਹਨ। ਸੋ ਆਪ ਜੀ ਨੇ ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੀ ਜੋ ਪਾਵਨ ਬਾਣੀ ਸੀ ਉਹ ਸ਼ਰਵਣ ਕੀਤੀ ਹੈ। ਸੋ ਆਓ ਹੁਣ ਕੁਝ ਸਮਾਂ ਆਪਾਂ ਤਕਰੀਬਨ 20-25 ਮਿੰਟ ਗੁਰ ਸ਼ਬਦ ਕਥਾ ਵਿਚਾਰ ਕਰਾਂਗੇ। ਸਾਰੀ ਸੰਗਤ ਨੇ ਇਕਾਗਰਤਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਸੂਰਾ ਸੋ ਪਹਿਚਾਨੀਐ, ਜੋ ਲਰੇ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੇ, ਕਬਹੂ ਨਾ ਛਾਡੈ ਖੇਤ। ਪੁਰਜਾ ਪੁਰਜਾ ਕੱਟ ਮਰੇ, ਕਬਹੂ ਨਾ ਛਾਡੈ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਦਿਆਲਤਾ ਸਦਕਾ ਸੋ ਆਓ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਆਪਾਂ ਨੇ ਮੰਗਲਾਚਰਨ ਰੂਪ ਦੇ ਵਿੱਚ ਗਾਇਨ ਕੀਤਾ ਹੈ, ਪੜ੍ਹਿਆ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਕਿਉਂਕਿ ਜਿੱਥੇ ਆਪਾਂ ਅੱਜ ਸ਼ੁਕਰਾਨਾ ਸਮਾਗਮ ਕਰਵਾ ਰਹੇ ਹਾਂ, ਭਾਵ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰ ਰਹੇ ਹਾਂ। ਇਸ ਮੁਲਕ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇੱਥੇ ਆਪਾਂ ਕਿਸੇ ਲਈ ਲੰਘਣ ਵਾਸਤੇ ਦਰਵਾਜ਼ਾ ਵੀ ਖੋਲ੍ਹ ਦਈਏ ਤਾਂ ਉਹ ਬੰਦਾ ਵੀ ਸਾਨੂੰ ਥੈਂਕਸ ਬੋਲਦਾ ਹੈ ਜਾਂ ਆਪਾਂ ਉਹਨੂੰ ਬੋਲਦੇ ਹਾਂ। ਕੁਛ ਵੀ ਬੰਦੇ ਨੂੰ ਥੋੜ੍ਹੀ ਬਹੁਤੀ ਵੀ ਮਦਦ ਕਰ ਦਈਏ ਤਾਂ ਬਾਰ-ਬਾਰ ਉਹਦਾ ਆਪਾਂ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਜਿਸ ਮਾਲਕ ਨੇ, ਜਿਸ ਵਾਹਿਗੁਰੂ ਨੇ ਸਾਨੂੰ ਨਵੇਂ ਮਕਾਨ ਗ੍ਰਹਿ ਬਖਸ਼ਿਸ਼ ਕੀਤੇ ਹਨ, ਉਹਦਾ ਵੀ ਧੰਨਵਾਦ, ਉਹਦਾ ਵੀ ਸ਼ੁਕਰਾਨਾ ਕਰਨਾ ਬਣਦਾ ਹੈ। ਮੇਰੇ ਸਤਿਗੁਰਾਂ ਦੇ ਪਾਵਨ ਬਚਨ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਜਿਸ ਵਕਤ ਮਨੁੱਖ ਨੂੰ ਲੋੜ ਹੁੰਦੀ ਹੈ, ਉਦੋਂ ਫਿਰ ਇਹ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ। ਅਰਦਾਸ ਕਰਦਾ ਕਿ ਦਾਤਿਆ ਤੂੰ ਮੈਨੂੰ ਆਹ ਦੇ ਦੇ, ਦਾਤਿਆ ਤੂੰ ਮੈਨੂੰ ਉਹ ਦੇ ਦੇ। ਜਦੋਂ ਇਹਨੂੰ ਸਾਰਾ ਕੁਝ ਮਿਲ ਜਾਂਦਾ ਹੈ, ਧੀਆਂ ਪੁੱਤਰ ਤੱਕ ਮਿਲ ਜਾਂਦੇ ਨੇ, ਤਾਂ ਮੇਰੇ ਸਤਿਗੁਰਾਂ ਨੇ ਮਨੁੱਖ ਦੀ ਜਿਹੜੀ ਰੂਪ ਰੇਖਾ ਹੈ ਨਾ ਦੁਨੀਆ ਦੀ, ਸੰਸਾਰ ਦੀ, ਉਹ ਬਾਣੀ ਦੇ ਵਿੱਚ ਉਹ ਨਕਸ਼ਾ ਖਿੱਚ ਦਿੱਤਾ ਹੈ ਜਿਹੜਾ ਆਪਾਂ ਦੇਖ ਰਹੇ ਹਾਂ। ਸਤਿਗੁਰੂ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ, ਭਾਵ ਜਿਹੜੀ ਦਾਤ ਇਹ ਗੁਰੂ ਤੋਂ ਮੰਗ ਰਿਹਾ ਸੀ, ਜਿਹੜੀ ਦਾਤ ਨਾਲ ਇਹਦਾ ਬਹੁਤ ਪਿਆਰ ਹੋ ਗਿਆ, ਇੰਨਾ ਕੁ ਸਨੇਹ ਹੋ ਗਿਆ
ਕਿ ਜਿਸ ਗੁਰੂ ਤੋਂ ਦਾਤ ਮੰਗੀ, ਦਾਤ ਦੇ ਨਾਲ ਤਾਂ ਮੁਹੱਬਤ ਹੋ ਗਈ, ਪਿਆਰ ਹੋ ਗਿਆ, ਪਰ ਜਿਹਨੇ ਦਾਤ ਦਿੱਤੀ ਉਹ ਰੱਬ ਇਹਨੂੰ ਵਿਸਰ ਗਿਆ, ਉਹ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ। ਜਿੱਦਾਂ ਆਪਾਂ ਦੁਨੀਆ ਵਿੱਚ ਵਿਚਰਦੇ ਹਾਂ, ਕੋਈ ਬੰਦਾ ਸਾਡੀ ਔਖੇ ਸਮੇਂ ਮਦਦ ਕਰ ਦੇਵੇ ਤੇ ਜਦੋਂ ਉਹ ਮਦਦ, ਉਹ ਲੋੜ ਪੂਰੀ ਹੋ ਜੇ ਤੇ ਆਪਾਂ ਉਸ ਤੋਂ ਬਾਅਦ ਕਹੀਏ ਤੂੰ ਕੌਣ ਤੇ ਮੈਂ ਕੌਣ, ਤਾਂ ਫਿਰ ਉਸ ਬੰਦੇ ਤੇ ਜੋ ਬੀਤਦੀ ਹੈ ਉਹਨੂੰ ਪਤਾ ਹੈ ਕਿ ਮੈਂ ਇਹਦੀ ਇੰਨੀ ਮਦਦ ਕੀਤੀ, ਪਰ ਇਹ ਬੰਦੇ ਨੇ ਮੈਨੂੰ ਝੱਟ ਦੇਣੇ ਕਹਿ ਦਿੱਤਾ ਵੀ ਤੂੰ ਕੌਣ ਤੇ ਮੈਂ ਕੌਣ। ਜੇ ਸਾਡੇ ਮਨ ਨੂੰ ਇੰਨੀ ਠੇਸ ਪਹੁੰਚਦੀ ਹੈ ਤਾਂ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਦਾਤਾਂ ਲੈ ਕੇ ਉਹਦਾ ਸ਼ੁਕਰਾਨਾ ਨਹੀਂ ਕਰਾਂਗੇ ਤਾਂ ਫਿਰ ਉਸ ਮਾਲਕ ਨੂੰ ਤੇ ਨਹੀਂ ਕੋਈ ਫਰਕ ਪੈਂਦਾ। ਰੋਜ਼ ਤੁਸੀਂ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹੋ, ਉਹ ਜਿਹੜਾ ਮਾਲਕ ਵਾਹਿਗੁਰੂ ਹੈ, ਜੇ ਉਹਨੂੰ ਕਹੀ ਜਾਈਏ ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਸਾਡੇ ਕਹਿਣ ਦੇ ਨਾਲ ਉਹ ਵੱਡਾ ਨਹੀਂ ਹੋਣਾ ਤੇ ਸਾਡੇ ਕਹਿਣ ਨਾਲ ਉਹ ਛੋਟਾ ਨਹੀਂ ਹੋਣਾ। ਆਪਾਂ ਰੋਜ਼ ਬਾਣੀ ਵਿੱਚ ਵਚਨ ਪੜ੍ਹਦੇ ਹਾਂ ਕਿ ਉਹ ਵਾਹਿਗੁਰੂ ਇੰਨਾ ਕੁ ਵੱਡਾ ਹੈ, ਮੇਰਾ ਮਾਲਕ ਪਰਮਾਤਮਾ ਵੱਡਾ ਨਾ ਹੋਵੇ, ਘਾਟ ਨਾ ਜਾਏ। ਜੇ ਮੈਂ ਕਹਿ ਦੇਵਾਂ ਵੀ ਰੱਬ ਬਹੁਤ ਵੱਡਾ ਹੈ, ਉਹ ਤਾਂ ਪਹਿਲਾਂ ਹੀ ਵੱਡਾ ਸੀ, ਪਰ ਜੇ ਮੈਂ ਕਹਿ ਦਿਆਂ ਵੀ ਅਕਾਲ ਪੁਰਖ ਵਾਹਿਗੁਰੂ ਗੌਡ ਪਰਮੇਸ਼ਰ ਉਹ ਬਹੁਤ ਛੋਟਾ ਹੈ, ਸਾਡੇ ਕਹਿਣ ਨਾਲ ਛੋਟਾ ਨਹੀਂ ਹੋਣਾ। ਇੰਨਾ ਕੁ ਜ਼ਰੂਰ ਹੈ, ਜੇ ਉਸ ਮਾਲਕ ਦੀ ਅਸੀਂ ਵਡਿਆਈ ਕਰਾਂਗੇ ਅਸੀਂ ਉਹਦੀ ਨਜ਼ਰ ਵਿੱਚ ਜ਼ਰੂਰ ਵੱਡੇ ਹੋ ਜਾਵਾਂਗੇ। ਵੱਡਾ ਨਾ ਹੋਵੇ, ਘਾਟ ਨਾ ਜਾਏ, ਸਾਡੇ ਕਹਿਣ ਦੇ ਨਾਲ ਉਹਨੇ ਘਟਣਾ ਨਹੀਂ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਜਿੱਥੇ ਅੱਜ ਆਪਾਂ ਸ਼ੁਕਰਾਨਾ ਸਮਾਗਮ ਕਰ ਰਹੇ ਹਾਂ ਤੇ ਆਹ ਜਿਹੜੇ ਦਿਨ ਗੁਰਮੁਖੋਂ ਚੱਲ ਰਹੇ ਨੇ, ਕਦੀ ਮਹਿਸੂਸ ਕਰਕੇ ਦੇਖਿਓ ਵੀ ਇਹ ਦਿਨ ਕਿਹੜੇ ਨੇ। ਜਿੱਥੇ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਇਸ ਮੁਲਕ ਦੇ ਮੁਤਾਬਕ ਵੀ ਚੱਲ ਰਹੇ ਹਾਂ, ਕ੍ਰਿਸਮਸ ਮਨਾ ਰਹੇ ਹਾਂ, ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਾਂ, ਕਿਉਂਕਿ ਇਸ ਮੁਲਕ ਵਿੱਚ ਰਹਿੰਦੇ ਹਾਂ ਤੇ ਇਹਨਾਂ ਲੋਕਾਂ ਨੂੰ ਵਧਾਈਆਂ ਦੇਣਾ, ਇਹਨਾਂ ਦੇ ਨਾਲ ਮਿਲ ਕੇ ਚੱਲਣਾ ਇਹ ਸਾਡਾ ਫਰਜ਼ ਹੈ, ਕਿਉਂਕਿ ਅਸੀਂ ਕੋਈ ਅਕਿਰਤ ਘਣਤਾ ਦੀ ਸਾਡੀ ਕੌਮ ਨਹੀਂ ਹੈ। ਪਰ ਜਿੱਥੇ ਅਸੀਂ ਇਹਨਾਂ ਲੋਕਾਂ ਦੇ ਦਿਨ ਤਿਉਹਾਰ ਇਹ ਮਨਾਉਂਦੇ ਹਾਂ, ਉੱਥੇ ਅਸੀਂ ਨਾਲੋਂ ਨਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ 19 ਦਸੰਬਰ, ਥੋੜ੍ਹਾ ਜਿਹਾ ਮੈਂ ਇਤਿਹਾਸ ਵਿੱਚੋਂ ਬੇਨਤੀ ਕਰਾਂਗਾ, 19 ਦਸੰਬਰ 1704 ਈਸਵੀ ਨੂੰ ਸ਼ਾਮ ਦੇ ਵਕਤ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਆਨੰਦਪੁਰ ਦੇ 22 ਧਾਰ ਦੇ ਜਿਹੜੇ ਆਲੇ ਦੁਆਲੇ ਜਿਹੜੇ ਪਹਾੜੀ ਰਾਜੇ ਸਨ, ਉਹਨਾਂ ਨੇ ਸਾਰੀ ਬਿਉਂਤਬੰਦੀ ਕੀ ਬਣਾਈ, ਕਿਉਂਕਿ ਉਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਭਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਕ੍ਰਾਂਤੀਕਾਰੀ ਹੋਣਾ, ਗੁਰੂ ਸਾਹਿਬ ਜੀ ਦੀ ਮਹਾਨਤਾ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ ਤੇ ਉਹਨਾਂ ਨੇ ਦੇਖਿਆ ਕਿ ਇਹ ਇੱਕ ਗੁਰੂ ਹੈ, ਇਹ ਆਮ ਗੁਰੂ ਹੈ, ਜਦੋਂ ਕਿ ਉਹ ਆਮ ਗੁਰੂ ਨਹੀਂ ਸੀ। ਉਹਨਾਂ ਦੇਖਿਆ ਕਿ ਇਹਨਾਂ ਦੀ ਬੜੀ ਸੋਭਾ ਹੈ, ਇਹਨਾਂ ਦੀ ਬੜੀ ਜੈ ਜੈਕਾਰ ਹੋ ਰਹੀ ਹੈ, ਇਹ ਸਰਕਾਰ ਦੇ ਅੱਗੇ ਝੁਕਦੇ ਨਹੀਂ ਤੇ ਕਿਉਂ ਨਾ ਇਹਨਾਂ ਨੂੰ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਕੱਢਿਆ ਜਾਏ। ਇਤਿਹਾਸ ਕਹਿੰਦਾ 22 ਧਾਰ ਦੇ ਰਾਜਿਆਂ ਨੇ, ਉਹਨਾਂ ਮੁਗਲਾਂ ਨੇ ਰਲ ਕੇ ਇੱਕ ਵਿਉਂਤ ਬਣਾਈ। ਪਹਿਲੋਂ ਤਾਂ ਗੁਰੂ ਪਾਤਸ਼ਾਹ ਜੀ ਨੂੰ ਅਰਜ਼ ਕੀਤੀ, ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਜਾਓ, ਕਿਲੇ ਦੇ ਵਿੱਚੋਂ ਬਾਹਰ ਹੋ ਜਾਓ, ਤੁਸੀਂ ਤਵੱਜੋ ਦਿਓ ਵੀ ਜੇ ਕੋਈ ਬਾਹਰਲਾ ਬੰਦਾ ਓਪਰਾ ਆ ਕੇ ਸਾਨੂੰ ਇਹ ਗੱਲ ਕਹੇ ਵੀ ਤੁਸੀਂ ਆਪਣੇ ਘਰ ਵਿੱਚੋਂ ਨਿਕਲ ਜਾਓ ਤੇ ਤੁਹਾਨੂੰ ਅਸੀਂ ਸਮਾਨ ਵੀ ਨਹੀਂ ਚੁੱਕਣ ਦੇਣਾ ਤੇ ਕਸੂਰ ਵੀ ਤੁਹਾਡਾ ਕੋਈ ਨਹੀਂ, ਇਹ ਫੈਸਲਾ ਤੁਸੀਂ ਕਰੋ ਵੀ ਕੀ ਅਸੀਂ ਆਪਣਾ ਘਰ ਖਾਲੀ ਕਰਕੇ ਉੱਥੋਂ ਜਾਵਾਂਗੇ, ਕਦੇ ਨਹੀਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਆਨੰਦਪੁਰ ਦੀ ਧਰਤੀ ਹੈ, ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਆਨੰਦਪੁਰ ਦੀ ਧਰਤੀ ਵਸਾਈ ਸੀ। ਪਾਤਸ਼ਾਹ ਨੇ ਇਸ ਜ਼ਮੀਨ ਨੂੰ, ਇਸ ਧਰਤੀ ਨੂੰ ਉਸ ਸਮੇਂ 2200 ਰੁਪਏ ਦੇ ਵਿੱਚ ਖਰੀਦਿਆ ਸੀ, ਕਿਉਂਕਿ ਕਲਗੀਧਰ ਦਸ਼ਮੇਸ਼ ਪਿਤਾ ਜੀ ਜਦੋਂ ਪਟਨਾ ਸਾਹਿਬ ਦੀ ਧਰਤੀ ਤੋਂ ਆਏ ਤਾਂ ਇਸ ਧਰਤੀ ਦਾ ਪਹਿਲਾ ਨਾਮ ਸੀ ਮਾਖੋਵਾਲ, ਉਸ ਤੋਂ ਬਾਅਦ ਇਹਦਾ ਨਾਮ ਪਿਆ ਚੱਕ ਨਾਨਕੀ। ਜਦੋਂ ਬਾਲਾ ਪ੍ਰੀਤਮ ਗੋਬਿੰਦ ਰਾਏ ਪਟਨੇ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਆਉਂਦੇ ਨੇ ਤਾਂ ਉੱਥੇ ਆਨੰਦ ਸਾਹਿਬ ਦਾ ਪਾਠ ਕੀਤਾ ਤੇ ਇਸ ਜਗ੍ਹਾ ਦਾ ਨਾਮ ਰੱਖਿਆ ਗਿਆ ਸ਼੍ਰੀ ਆਨੰਦਪੁਰ ਸਾਹਿਬ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਰਹਿ ਰਹੇ ਨੇ। 22 ਧਾਰ ਦੇ ਰਾਜਿਆਂ ਨੇ, ਮੁਗਲਾਂ ਨੇ, ਪਠਾਣਾ ਨੇ ਬੜਾ ਆਖਿਆ ਤੁਸੀਂ ਕਿਲਾ ਛੱਡ ਦਿਓ। ਇੱਥੋਂ ਤੱਕ ਹੁਕਮ ਹੋ ਗਿਆ ਔਰੰਗਜ਼ੇਬ ਦਾ ਵੀ ਜੇ ਕਿਲਾ ਨਹੀਂ ਛੱਡਦੇ ਤਾਂ ਕਿਲੇ ਦੇ ਆਲੇ ਦੁਆਲੇ ਕਹਿੰਦੇ ਫੌਜਾਂ ਤੁਸੀਂ ਲਾ ਦਿਓ,
ਸੈਨਾ ਲਾ ਦਿੱਤੀ ਗਈ। ਲਗਭਗ 7-8 ਮਹੀਨੇ ਲਗਾਤਾਰ ਘੇਰਾ ਪਾ ਕੇ ਰੱਖਿਆ। ਨਾ ਤਾਂ ਕੋਈ ਰਾਸ਼ਨ ਪਾਣੀ ਬਾਹਰੋਂ ਅੰਦਰ ਜਾਂਦਾ ਸੀ ਤੇ ਨਾ ਹੀ ਕੋਈ ਅੰਦਰਲਾ ਸਿੱਖ ਬਾਹਰ ਜਾ ਸਕਦਾ ਸੀ, ਕਿਉਂਕਿ ਜੇ ਕੋਈ ਬਾਹਰ ਜਾਂਦਾ ਸੀ ਤੇ ਮੌਤ ਨੂੰ ਕਬੂਲਣਾ ਸੀ। ਇਤਿਹਾਸ ਕਹਿੰਦਾ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 7-8 ਮਹੀਨੇ ਲਗਭਗ ਬਤੀਤ ਹੋ ਗਏ, ਜਿਹੜੇ ਅੰਦਰ ਸਿੰਘ ਨੇ ਰਾਸ਼ਨ ਪਾਣੀ ਖਤਮ ਹੋ ਗਿਆ। ਇੱਥੋਂ ਤੱਕ ਸਿੰਘਾਂ ਨੇ, ਇਤਿਹਾਸ ਇਹ ਕਹਿੰਦਾ ਵੀ ਜੋ ਵੀ ਜੰਗਲਾਂ ਦੇ ਪੱਤੇ ਸਨ ਜਾਂ ਆਨੰਦਪੁਰ ਦੇ ਕਿਲੇ ਦੇ ਵਿੱਚ ਜੋ ਵੀ ਘੋੜੇ ਤੱਕ ਸਨ, ਉਹਨਾਂ ਦਾ ਮਾਸ ਖਾ ਖਾ ਕੇ ਵੀ ਉਹਨਾਂ ਨੇ ਗੁਜ਼ਾਰਾ ਕੀਤਾ। ਹੁਣ 8 ਮਹੀਨੇ ਭੁੱਖੇ ਰਹਿਣਾ ਕੋਈ ਸੌਖਾ ਕੰਮ ਨਹੀਂ। ਅਸੀਂ ਤੇ ਘਰ ਵਿੱਚ ਸਾਨੂੰ 10 ਮਿੰਟ ਵੀ ਰੋਟੀ ਲੇਟ ਹੋ ਜੇ ਤੇ ਆਪਾਂ ਹੋ ਸਕਦਾ ਵੀ ਕੌਲੀਆਂ ਭੰਨਣੀਆਂ ਸ਼ੁਰੂ ਕਰ ਦਈਏ। 8 ਮਹੀਨੇ ਕਹਿਣਾ ਸੌਖਾ ਹੈ, ਸੁਣਨਾ ਸੌਖਾ ਹੈ। 8 ਮਹੀਨੇ ਭੁੱਖਾ ਰਹਿਣਾ ਬਹੁਤ ਔਖਾ ਹੈ। ਪਰ ਇਸ ਤੋਂ ਬਾਅਦ ਜਦੋਂ ਉਹਨਾਂ ਦੇਖਿਆ ਵੀ ਨਾ ਤਾਂ ਇਹ ਆਨੰਦਪੁਰ ਦਾ ਕਿਲਾ ਛੱਡਦੇ ਨੇ, ਭੁੱਖਿਆਂ ਵੀ ਇਹਨਾਂ ਨੂੰ ਅਸੀਂ ਰੱਖ ਕੇ ਵੇਖ ਲਿਆ, ਅਖੀਰ ਉਹਨਾਂ ਨੇ ਇੱਕ ਗਊ, ਆਟੇ ਦੀ ਗਊ ਬਣਾਈ ਤੇ ਇੱਕ ਉਹਨਾਂ ਨੇ ਕੁਰਾਨ ਸ਼ਰੀਫ, ਆਪਣਾ ਧਾਰਮਿਕ ਗ੍ਰੰਥ, 22 ਧਾਰ ਦੇ ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾਈ। ਉਹਨਾਂ ਨੇ ਆਖਿਆ ਸਾਨੂੰ ਆਪਣੀ ਗਊ ਦੀ ਕਸਮ ਹੈ। ਤੇ ਜਿਹੜੇ ਮੁਸਲਮਾਨ ਨੇ, ਪਠਾਨ ਨੇ, ਉਹਨਾਂ ਨੇ ਕੁਰਾਨ ਸ਼ਰੀਫ ਨੂੰ ਥਾਲੀ ਵਿੱਚ ਰੱਖਿਆ, ਕਸਮ ਖਾਂਦੇ ਨੇ, ਕਹਿੰਦੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ, ਅਸੀਂ ਤੁਹਾਡੇ ਉੱਪਰ ਹਮਲਾ ਨਹੀਂ ਕਰਾਂਗੇ। ਤੁਸੀਂ ਆਨੰਦਪੁਰ ਛੱਡ ਕੇ ਹਿੰਦੁਸਤਾਨ ਦੇ ਜਿਹੜੇ ਮਰਜ਼ੀ ਕੋਨੇ ਵਿੱਚ ਚਲੇ ਜਾਓ ਤੇ ਤੁਹਾਨੂੰ ਅਸੀਂ ਕੁਝ ਵੀ ਨਹੀਂ ਕਹਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋਲ ਸਿੱਖ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਸਤਿਗੁਰੂ ਇੰਨਾ ਲੰਮਾ ਪੰਧ ਹੋ ਗਿਆ ਸਾਨੂੰ ਇੱਥੇ ਰਹਿੰਦਿਆਂ, ਆਪਾਂ ਇਹ ਕਿਲਾ ਛੱਡ ਜਾਈਏ। ਇਤਿਹਾਸ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਇਹ ਤੁਹਾਨੂੰ ਗਊ ਦੀਆਂ ਕਸਮਾਂ, ਧਰਮ ਦੀਆਂ ਕਸਮਾਂ ਖਾ ਰਹੇ ਨੇ। ਦਰਅਸਲ ਇਹਨਾਂ ਦਾ ਧਰਮੀ ਹੋਣਾ ਤੁਹਾਨੂੰ ਵਿਖਾਈ ਦੇ ਰਿਹਾ, ਪਰ ਇਹ ਲੋਕ ਧਰਮੀ ਨਹੀਂ। ਵੇਖੋ ਬਾਹਰੋਂ ਧਾਰਮਿਕ ਲਿਬਾਸ ਪਾਉਣ ਦੇ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ, ਕਿਉਂਕਿ ਮੇਰੇ ਸਤਿਗੁਰਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਲਿਬਾਸ ਦਾ ਨਾਮ ਧਰਮ ਨਹੀਂ। ਇਹ ਸਾਡੀ ਇੱਕ ਡਰੈਸ ਤਾਂ ਜ਼ਰੂਰ ਹੈ, ਪਰ ਇਹ ਸਾਡਾ ਧਰਮ ਨਹੀਂ। ਸਹੀ ਮਾਇਨਿਆਂ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲੇ ਨੂੰ ਬਾਣੀ ਨੇ ਸਿੱਖ ਆਖਿਆ ਹੈ। ਧਰਮੀ ਹੋ ਜਾਣਾ ਹੋਰ ਗੱਲ ਹੈ, ਧਰਮੀ ਦਿਸ ਪੈਣਾ ਹੋਰ ਗੱਲ ਹੈ। ਧਰਮੀ ਦਿਸਣਾ ਕਿੰਨਾ ਔਖਾ ਕੰਮ ਹੈ, ਕੋਈ ਵੀ ਔਖਾ ਨਹੀਂ। ਬਾਹਰੋਂ ਧਾਰਮਿਕ ਤੁਸੀਂ ਕੱਪੜੇ ਪਾ ਲਓ, ਚਿੱਟੀ ਪੱਗ ਬੰਨ੍ਹ ਲਓ, ਲੰਮਾ ਚੋਲਾ ਪਾ ਲਓ, ਸਾਰੇ ਕਹਿਣਗੇ ਮਹਾਂਪੁਰਖ ਆ ਗਏ, ਬਾਬਾ ਜੀ ਆ ਗਏ। ਦਰਅਸਲ ਬਾਹਰਲੇ ਕੱਪੜਿਆਂ ਦਾ ਨਾਮ ਧਰਮ ਨਹੀਂ। ਧਰਮ ਦੇ ਅਰਥ ਹੁੰਦੇ ਨੇ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰ ਲੈਣਾ। ਜਿਹੜਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਉਹਨੂੰ ਆਖਿਆ ਜਾਂਦਾ ਧਰਮੀ। ਹੁਣ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਵੀ ਇਹ ਕਿਲਾ ਜੇ ਆਪਾਂ ਛੱਡ ਦਿੱਤਾ ਤਾਂ ਇਹਨਾਂ ਲੋਕਾਂ ਨੇ ਕਿਲਾ ਛੱਡਦੇ ਹੀ ਤੁਹਾਡੇ ਉੱਪਰ ਹਮਲਾ ਕਰ ਦੇਣਾ ਹੈ। ਸਤਿਗੁਰਾਂ ਨੇ ਆਖਿਆ ਮੈਂ ਤੁਹਾਨੂੰ ਹੁਣੀ ਇਹਨਾਂ ਦੀ ਪਰਖ ਕਰਕੇ ਵਿਖਾ ਦਿਆਂ ਵੀ ਇਹ ਲੋਕ ਕਿੰਨੇ ਲੋਭੀ ਨੇ। ਕਹਿੰਦੇ ਸਤਿਗੁਰਾਂ ਨੇ ਕੁਝ ਖੱਚਰਾਂ ਦੇ ਉੱਪਰ, ਘੋੜਿਆਂ ਦੇ ਉੱਪਰ ਕੁਝ ਕੁ ਟੁੱਟਿਆ ਸਮਾਨ ਬੋਰੀਆਂ ਦੇ ਵਿੱਚ ਪਾ ਕੇ ਰੱਖ ਦਿੱਤਾ ਤੇ ਦਰਵਾਜ਼ਾ ਜਿਉਂ ਹੀ ਕਿਲੇ ਦਾ ਖੋਲ੍ਹਿਆ ਤਾਂ ਉਹਨਾਂ 22 ਧਾਰ ਦੇ ਰਾਜਿਆਂ ਨੇ, ਮੁਗਲਾਂ ਨੇ ਸੋਚਿਆ ਵੀ ਗੁਰੂ ਨੇ ਆਨੰਦਪੁਰ ਦਾ ਕਿਲਾ ਛੱਡ ਦਿੱਤਾ ਹੈ। ਨਾਲ ਦੀ ਨਾਲ ਕਹਿੰਦੇ ਹਮਲਾ ਕਰ ਦਿੱਤਾ, ਉਹਨਾਂ ਖੱਚਰਾਂ ਦੇ ਉੱਪਰ ਸਮਾਨ ਲੁੱਟ ਲਿਆ ਤੇ ਆਪਸ ਵਿੱਚ ਕੁਝ ਕੁ ਜੰਗ ਹੋਈ, 2 ਸਿੰਘ ਸ਼ਹੀਦ ਹੋਏ। ਪਰ ਕਹਿੰਦੇ ਉਹਨਾਂ ਖੱਚਰਾਂ ਨੂੰ ਜਦੋਂ ਆਪਣੇ ਤੰਬੂਆਂ ਕੈਂਪਾਂ ਵਿੱਚ ਲੈ ਕੇ ਗਏ, ਜਦੋਂ ਬੋਰੀਆਂ ਖੋਲੀਆਂ ਤੇ ਵਿੱਚੋਂ ਟੁੱਟੇ ਛਿੱਤਰ ਆਦਿਕ ਗੰਦ ਨਿਕਲਿਆ ਤੇ ਜਿੰਨੇ ਪਠਾਨ ਸਨ ਬੜੇ ਬੇਸ਼ਰਮ ਹੋਏ ਵੀ ਆਹ ਸਾਡੇ ਤੋਂ ਕੀ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਖਿਆ ਸਿੰਘੋ ਆਹ ਵੇਖੋ, ਜੇ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦਿੰਦੇ ਇਹਨਾਂ ਲੋਕਾਂ ਨੇ ਤੁਹਾਡੇ ਉੱਪਰ ਹਮਲਾ ਕਰ ਦੇਣਾ ਸੀ। ਆ ਤੱਕੋ ਇਹਨਾਂ ਦੇ ਮਨ ਕਿੱਥੇ ਖਲੋਤੇ ਨੇ। ਗੁਰਦੇਵ ਬਾਣੀ ਵਿੱਚ ਕਹਿੰਦੇ ਲੋਭੀ ਕਾ ਵਿਸਾ ਨਾ ਕੀਜੈ ਜੇ ਕਾ ਪਾਰ ਵਸਾਏ। ਕਹਿੰਦੇ ਜਿਹੜੇ ਮਰਜੀ ਬੰਦੇ ਦਾ ਵਿਸ਼ਵਾਸ ਕਰ ਲਈ, ਪਰ ਜਿਹੜਾ ਬੰਦਾ ਲੋਭੀ ਹੋਵੇ ਉਹਦਾ ਭੁੱਲ ਕੇ ਵੀ ਵਿਸ਼ਵਾਸ ਨਾ ਕਰਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ, ਗਊ ਦੀਆਂ ਕਸਮਾਂ ਖਾਧੀਆਂ। ਮੇਰੇ ਸਤਿਗੁਰਾਂ ਨੇ ਆਨੰਦਪੁਰ ਦਾ ਕਿਲਾ ਛੱਡ ਦਿੱਤਾ ਹੈ। ਤੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਨਾ, ਮੇਰੇ ਸਤਿਗੁਰਾਂ ਨੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਜਿਹੜੇ ਮਾਤਾ ਜੀਤੋ ਜੀ ਸਨ ਨਾ, ਇਹ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸੱਚਖੰਡ ਪਿਆਨਾ ਕਰ ਗਏ ਸਨ। ਕਿਉਂਕਿ 4 ਸਾਹਿਬਜ਼ਾਦੇ ਨੇ ਗੁਰੂ ਦੇ, ਪਰ ਜਿਹੜੇ 3 ਸਾਹਿਬਜ਼ਾਦੇ ਨੇ ਉਹ ਮਾਤਾ ਜੀਤੋ ਜੀ ਦੇ ਹਨ। ਜਿਹੜਾ ਵੱਡਾ ਸਾਹਿਬਜ਼ਾਦਾ ਹੈ ਨਾ ਬਾਬਾ ਅਜੀਤ ਸਿੰਘ, ਉਹ ਮਾਤਾ ਸੁੰਦਰੀ ਜੀ ਦਾ ਪੁੱਤਰ ਹੈ।
ਮਾਤਾ ਜੀ ਜਦੋਂ ਸੱਚਖੰਡ ਪਿਆਨਾ ਕਰ ਗਏ, ਇਹਨਾਂ 3 ਨਿਆਣੇ 4 ਬੱਚਿਆਂ ਨੂੰ, ਸਾਹਿਬਜ਼ਾਦਿਆਂ ਨੂੰ ਕਹਿੰਦੇ ਮਾਤਾ ਗੁਜਰ ਕੌਰ ਜੀ ਨੇ ਪਾਲਿਆ। ਜਿਸ ਸਮੇਂ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਜੀ ਦੇ ਨਾਲ ਇਹ ਦਿੱਲੀ ਵੱਲ ਚਲੇ ਗਏ ਨੇ। ਤਾਂ ਇਧਰ ਗੁਰੂ ਸਾਹਿਬ ਜੀ ਦੇ ਜਿਹੜੇ 4 ਸਾਹਿਬਜ਼ਾਦੇ ਨੇ ਸਰਸਾ ਦੇ ਕਿਨਾਰੇ ਆਉਂਦੇ ਨੇ। ਆਪਾਂ ਕਈ ਦਫਾ ਕਹਿੰਦੇ ਆ ਕਿ ਸਰਸਾ ਦੇ ਕਿਨਾਰੇ ਗੁਰੂ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਦਰਅਸਲ ਗੁਰੂ ਦੇ ਪਰਿਵਾਰ ਦਾ ਵਿਛੋੜਾ ਨਹੀਂ ਸੀ ਪਿਆ, ਇਹ ਗੁਰੂ ਦੀ ਇੱਕ ਲੀਲਾ ਸੀ, ਗੁਰੂ ਦਾ ਇੱਕ ਕੌਤਕ ਸੀ। ਕਿਉਂਕਿ ਜੇ ਸਤਿਗੁਰੂ ਜੀ ਆਪਣੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਲਿਜਾ ਸਕਦੇ ਨੇ, ਤੇ ਜੇ ਸਤਿਗੁਰੂ ਆਪਣੇ ਸਿੱਖਾਂ ਨੂੰ ਨਾਲ ਲਿਜਾ ਸਕਦੇ ਨੇ 5 ਪਿਆਰਿਆਂ ਨੂੰ, ਤਾਂ ਸਤਿਗੁਰੂ ਜੀ ਦੋਵਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਵੀ ਆਪਣੇ ਨਾਲ ਚਮਕੌਰ ਦੀ ਗੜੀ ਤੱਕ ਲਿਜਾ ਸਕਦੇ ਸਨ। ਪਰ ਗੁਰੂ ਕਿਉਂ ਨਹੀਂ ਲੈ ਕੇ ਗਿਆ? ਦਰਅਸਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦੂਰ ਅੰਦੇਸੀ ਤੱਕੋ ਮੇਰੇ ਸਤਿਗੁਰਾਂ ਨੇ ਆਖਿਆ ਮਾਤਾ ਗੁਜਰੀ ਨੂੰ ਕਿ ਮਾਤਾ ਜੀ ਆ ਜਿਹੜੇ 2 ਸਾਹਿਬਜ਼ਾਦੇ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਇਹਨਾਂ ਨੂੰ ਸ਼ਹੀਦੀ ਦੇਣ ਲਈ ਤੂੰ ਆਪਣੇ ਹੱਥੀਂ ਤੋਰਨਾ। ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੁਸੀਂ ਤੱਕਦੇ ਹੋ, ਮਾਤਾ ਜੀ ਤੁਸੀਂ ਸਰਹੰਦ ਦੀਆਂ ਦੀਵਾਰਾਂ ਵੱਲ ਤੁਸੀਂ ਤੋਰਿਓ, ਤੇ ਜਿਹੜੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵੱਡੇ ਪੁੱਤਰ ਨੇ, ਇਹਨਾਂ ਨੂੰ ਚਮਕੌਰ ਦੀ ਗੜੀ ਦੇ ਵਿੱਚੋਂ ਸ਼ਹੀਦ ਹੋਣ ਲਈ ਮੈਂ ਤੋਰਾਂਗਾ। ਦਰਅਸਲ ਵਿਛੋੜਾ ਨਹੀਂ ਸੀ ਪਿਆ, ਇਹ ਗੁਰੂ ਦੀ ਸਾਰੀ ਆਪ ਬਣਾਈ ਹੋਈ ਇੱਕ ਲੀਲਾ ਸੀ, ਗੁਰੂ ਦੀ ਇਹ ਬਣਾਈ ਹੋਈ ਇੱਕ ਆਪ ਵਿਧੀ ਸੀ। ਵੇਖੋ ਘਰੋਂ ਜਦੋਂ ਨਿਆਣਾ ਚਲਿਆ ਜਾਂਦਾ, ਮਾਂ ਦਾ, ਪਿਓ ਦਾ, ਬਜ਼ੁਰਗਾਂ ਦਾ ਮਨ ਆਪਣੇ ਬੱਚਿਆਂ ਵੱਲ ਹੁੰਦਾ, ਪਰ ਤੱਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੁਰਬਾਨੀ। ਖੈਰ ਬੇਨਤੀ ਕਰਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਦੇ ਕਿਨਾਰੇ ਮਾਤਾ ਗੁਜਰ ਕੌਰ, ਦੋਵੇਂ ਸਾਹਿਬਜ਼ਾਦੇ ਜਦੋਂ ਇੱਥੋਂ ਵਿਛੋੜਾ ਪੈਂਦਾ, ਵੇਖੋ ਕਹਿਣ ਵਿੱਚ ਵਿਛੋੜਾ, ਬੋਲਣ ਵਿੱਚ ਤਾਂ ਠੀਕ ਹੈ, ਪਰ ਸਤਿਗੁਰੂ ਜੀ ਜਦੋਂ ਇੱਥੋਂ ਗਏ, ਕਿਉਂਕਿ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ 5 ਪਿਆਰਿਆਂ ਨੇ ਕਹਿੰਦੇ ਇਸ ਰਣ ਤੱਤੇ ਦੇ ਵਿੱਚ ਜਦੋਂ ਮੈਦਾਨੀ ਜੰਗ ਦੇ ਵਿੱਚ ਜੂਝਣਾ ਸ਼ੁਰੂ ਕੀਤਾ, ਸਰਸਾ ਦੇ ਕਿਨਾਰੇ ਫਿਰ ਮਾਤਾ ਗੁਜਰ ਕੌਰ ਜੀ ਦੋਵੇਂ ਸਾਹਿਬਜ਼ਾਦੇ ਸਰਸਾ ਪਾਰ ਕਰਕੇ ਜਦੋਂ ਥੋੜੀ ਦੂਰ ਜਾਂਦੇ ਨੇ ਤੇ ਉੱਥੇ ਇੱਕ ਝੁੱਗੀ ਦੇ ਵਿੱਚ ਗਰੀਬਣਾ ਜਾਂ ਇੱਕ ਸਿੱਖ ਰਹਿੰਦਾ ਹੈ, ਜਿਹਨੂੰ ਇਤਿਹਾਸ ਵਿੱਚ ਕਹਿੰਦੇ ਨੇ ਕੁੰਮਾ ਮਾਸ਼ਕੀ ਕਰਕੇ। ਜਦੋਂ ਉੱਥੇ ਦੋਵੇਂ ਸਾਹਿਬਜ਼ਾਦੇ ਪਹੁੰਚੇ ਨੇ, ਉਹਨੇ ਬੜਾ ਪਿਆਰ ਕੀਤਾ। ਉਹਨੇ ਜਿਉਂ ਹੀ ਆਪਣੀ ਝੁੱਗੀ ਦਾ, ਕਾਨਿਆਂ ਦੀ ਝੁੱਗੀ ਆ, ਉਹਨੇ ਥੋੜਾ ਜਿਹਾ ਦਰਵਾਜ਼ਾ ਖੋਲ੍ਹਿਆ ਤੇ ਹੱਥ ਜੋੜ ਕੇ ਕਹਿੰਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਂ ਗੁਜਰੀ, ਦੋਵੇਂ ਲਾਲ ਗੁਰੂ ਕੇ ਲਾਲ, ਮੇਰੇ ਧੰਨ ਭਾਗ, ਮੈਂ ਸਦਕੇ ਕੁਰਬਾਨ ਜਾਵਾਂ। ਇੰਨੀ ਅੱਧੀ ਰਾਤ ਨੂੰ ਕਹਿੰਦੇ ਜਾਣੀ ਜਾਣ ਮਾਤਾ ਗੁਜਰੀ ਜੀ ਨੇ ਸਾਰਾ ਕੁਝ ਉਹਨੂੰ ਦੱਸਿਆ। ਉਹਨੇ ਬੜਾ ਪਿਆਰ ਕੀਤਾ, ਜੋ ਘਰ ਵਿੱਚ ਸੀ ਉਹਨੇ ਛਕਾ ਦਿੱਤਾ। ਅਖੀਰ ਕਹਿੰਦੇ ਜਦੋਂ ਦਿਨ ਦਾ ਚੜ੍ਹਾਅ ਹੁੰਦਾ ਹੈ ਤਾਂ ਉਸ ਸਮੇਂ ਉਹ ਗੰਗੂ ਰਸੋਈਆ ਆਉਂਦਾ ਹੈ, ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਤਿਹਾਸ ਕਹਿੰਦਾ ਕਾਫੀ ਲੰਮਾ ਸਮਾਂ, ਵਿਦਵਾਨਾਂ ਨੇ 21 ਸਾਲ ਦਾ ਜ਼ਿਕਰ ਕੀਤਾ ਹੈ। ਕਹਿੰਦੇ ਇੰਨਾ ਲੰਮਾ ਸਮਾਂ ਇਹ ਗੁਰੂ ਦੇ ਨਾਲ ਰਿਹਾ। ਪਰ ਜਿਸ ਵਕਤ ਇਹ ਮਾਤਾ ਗੁਜਰੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਜਦੋਂ ਗੰਗੂ ਮਿਲਦਾ ਨਾ, ਉਸ ਵਕਤ ਗੰਗੂ ਦੇ ਅੰਦਰ ਕੋਈ ਲੋਭ ਨਹੀਂ ਸੀ। ਵੇਖੋ ਬੰਦਾ ਲੋਭੀ ਕਦੋਂ ਕਿਹੜੇ ਵਕਤ ਹੋ ਸਕਦਾ ਹੈ? ਹੋ ਸਕਦਾ ਇਹ ਬੰਦਾ ਲੋਭੀ $50,000 ਤੇ ਵੀ ਨਾ ਹੋਵੇ, ਤੇ ਹੋ ਸਕਦਾ ਇਹ $2 ਤੇ ਲੋਭੀ ਹੋ ਜੇ, ਇਹ ਮਨ ਦਾ ਕੋਈ ਪਤਾ ਨਹੀਂ ਹੈ। ਕਹਿੰਦੇ ਜਿਸ ਵਕਤ ਮਾਤਾ ਗੁਜਰੀ ਜੀ ਨੂੰ ਦੋਵੇਂ ਸਾਹਿਬਜ਼ਾਦਿਆਂ ਨੂੰ ਗੰਗੂ ਮਿਲਿਆ ਸੀ, ਉਦੋਂ ਕੋਈ ਲੋਭੀ ਨਹੀਂ ਸੀ। ਉਸ ਵਕਤ ਗੰਗੂ ਇੱਕ ਵਫਾਦਾਰ ਕੁੱਤੇ ਵਰਗਾ ਸੀ। ਪਰ ਜਿਸ ਵਕਤ ਕਹਿੰਦੇ ਦੋਵਾਂ ਨੂੰ, 3 ਜਾਣਿਆਂ ਨੂੰ ਕਹਿੰਦੇ ਗੰਗੂ ਆਪਣੇ ਘਰ ਲੈ ਗਿਆ, ਤੇ ਜਦੋਂ ਸ਼ਾਮ ਦਾ ਵਕਤ ਹੋਇਆ ਨਾ, ਤਾਂ ਗੰਗੂ ਨੇ ਤੱਕਿਆ ਕਿ ਮਾਤਾ ਗੁਜਰੀ ਜੀ ਤੇ ਉਹ ਖੁਰਜੀ ਦੇ ਵਿੱਚ ਕੁਝ ਮੋਹਰਾਂ, ਕੁਝ ਧਨ ਦੇਖਿਆ, ਤੇ ਇੱਕ ਵਿਦਵਾਨ ਕਹਿੰਦਾ ਆਖਰ ਚਿੱਤ ਨੂੰ ਸੀ ਹਾਰ ਬੈਠਾ, ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ, ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਐ ਪਰ ਨਿਕਲਿਆ ਬੜਾ ਚੰਡਾਲ ਗੰਗੂ। ਭਾਵੇਂ ਕਹਿੰਦੇ ਇਹਦੀ ਕੁੱਲ ਬੜੀ ਉੱਚੀ ਸੀ, ਪਰ ਜਦੋਂ ਇਹਨੇ ਕੁਝ ਮਾਇਆ, ਕੁਝ ਸੋਨਾ ਚਾਂਦੀ ਇਹਨੇ ਤੱਕਿਆ ਨਾ, ਇਹਦਾ ਮਨ ਲੋਭੀ ਹੋ ਗਿਆ, ਤੇ ਜਾ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ, ਕਹਿੰਦਾ ਘਰ ਦੇ ਵਿੱਚ ਗੁਰੂ ਕੇ ਲਾਲ ਆਏ ਨੇ, ਮਾਤਾ ਗੁਜਰੀ ਜੀ ਆਏ ਨੇ, ਇਹਨਾਂ ਦੇ ਉੱਪਰ ਬਿਪਤਾ ਦਾ ਝੱਖੜ ਝੁੱਲਿਆ ਹੈ। ਪਰ ਕਹਿੰਦੇ ਜੇ ਆਪਾਂ ਅੱਜ ਰਾਤ ਨੂੰ ਦੁੱਧ ਵਿੱਚ, ਖਾਣੇ ਵਿੱਚ ਕੁਝ ਜ਼ਹਿਰ ਮਿਕਸ ਕਰ ਦਈਏ, ਮਿਲਾਵਟ ਕਰ ਦਈਏ, ਤੇ ਇਹਨਾਂ 3 ਨੇ ਇੱਥੇ ਮੌਤ ਦੀ ਨੀਂਦ ਸੌਂ ਜਾਣਾ ਹੈ, ਤੇ ਸਾਰੇ ਧਨ ਦੇ ਮਾਲਕ ਆਪਾਂ ਬਣ ਜਾਵਾਂਗੇ, ਭਾਵੇਂ 7 ਪੀੜ੍ਹੀਆਂ ਖਾਣ, ਧਨ ਕਦੇ ਮੁੱਕੇਗਾ ਨਹੀਂ। ਫਿਰ ਮੈਂ ਬੇਨਤੀ ਕਰਾਂ,
ਜਦੋਂ ਮਾਤਾ ਨੂੰ ਤੇ ਸਾਹਿਬਜ਼ਾਦਿਆਂ ਨੂੰ ਮਿਲਦਾ ਗੰਗੂ ਉਦੋਂ ਵਫਾਦਾਰ ਕੁੱਤੇ ਵਰਗੇ, ਪਰ ਜਦੋਂ ਇਹ ਗੰਗੂ ਧਨ ਦੌਲਤ ਵੇਖਦਾ ਤੇ ਇਹ ਗੰਗੂ ਫਿਰ ਹਲਕੇ ਕੁੱਤੇ ਵਰਗੇ। ਗੁਰਬਾਣੀ ਵਿੱਚ ਹਲਕੇ ਕੁੱਤੇ ਦਾ ਵੀ ਜ਼ਿਕਰ ਕੀਤਾ ਹੈ ਤੇ ਗੁਰਬਾਣੀ ਵਿੱਚ ਜਿਹੜਾ ਕੁੱਤਾ ਮਾਲਕ ਦਾ ਵਫਾਦਾਰ ਹੈ ਉਹਦਾ ਵੀ ਜ਼ਿਕਰ ਕੀਤਾ ਹੈ। ਪੜੋ ਬਾਣੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਘਰ ਦੇ ਵਿੱਚ ਲੋਕ ਕੁੱਤੇ ਰੱਖਦੇ ਨੇ, ਕੁੱਤਾ ਮਾਲਕ ਦਾ ਇੰਨਾ ਕੁ ਵਫਾਦਾਰ ਹੁੰਦਾ ਹੈ, ਤੁਸੀਂ ਰੋਟੀ ਖਾਣ ਲੱਗ ਜਾਓ ਤੁਹਾਡੇ ਵੱਲ ਤੱਕੇਗਾ, ਪਰ ਤੁਸੀਂ ਡੰਡਾ ਮਾਰ ਕੇ ਬਾਹਰ ਵੀ ਕੱਢ ਦਿਓ, ਦਰਵਾਜ਼ਾ ਵੀ ਬੰਦ ਕਰ ਦਿਓ, ਜਦੋਂ ਦਰਵਾਜ਼ਾ ਖੋਲੋਗੇ ਕੁੱਤਾ ਫਿਰ ਤੁਹਾਡੇ ਪੈਰਾਂ ਵੱਲ ਹੀ ਆਏਗਾ। ਕਿਉਂ? ਕਿਉਂਕਿ ਕੁੱਤਾ ਇੱਥੇ ਅਜੇ ਵਫਾਦਾਰ ਹੈ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ, ਸਵਾਨ ਦੇ ਅਰਥ ਹੁੰਦੇ ਨੇ ਕੁੱਤਾ, ਗ੍ਰਹਿ ਦੇ ਅਰਥ ਨੇ ਘਰ, ਸੁਆਮੀ ਦੇ ਅਰਥ ਨੇ ਮਾਲਕ। ਕਹਿੰਦੇ ਜਦੋਂ ਘਰੋਂ ਬਾਹਰ ਕੱਢੋਗੇ ਇੰਨਾ ਕੁ ਵਫਾਦਾਰ ਹੈ, ਕੁੱਤੇ ਨੂੰ ਇੱਥੋਂ ਤੱਕ ਵੀ ਪਤਾ ਹੁੰਦਾ ਵੀ ਇਹ ਬੰਦੇ ਜਿਹੜੇ ਆਏ ਨੇ ਇਹ ਬਗਾਨੇ ਨੇ, ਆ ਆਪਣੇ ਨੇ। ਘਰ ਦੇ ਵਿੱਚ ਘਰ ਦੇ ਨਿਆਣਿਆਂ ਦੀ ਵੀ ਕੁੱਤੇ ਨੂੰ ਪਹਿਚਾਣ ਹੁੰਦੀ ਹੈ ਤੇ ਬਾਹਰਲੇ ਓਪਰੇ ਦਾ ਵੀ ਪਤਾ ਹੁੰਦਾ ਹੈ। ਮੇਰੇ ਸਤਿਗੁਰੂ ਕਹਿੰਦੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਤਨੀ ਨਿਤ। ਜੇ ਘਰ ਦੇ ਵਿੱਚ ਕੁੱਤਾ ਵਫਾਦਾਰ ਹੈ ਤਾਂ ਉਹ ਘਰ ਦੇ ਮਾਲਕ ਦਾ ਤੇ ਬੱਚਿਆਂ ਦਾ ਧਿਆਨ ਰੱਖਦਾ ਹੈ। ਪਰ ਇੱਕ ਗੱਲ ਧਿਆਨ ਦਿਓ, ਜੇ ਉਹੀ ਕੁੱਤਾ ਹਲਕ ਜੇ ਤਾਂ ਸਭ ਤੋਂ ਪਹਿਲੋਂ ਉਹ ਘਰ ਨੂੰ ਤੇ ਘਰ ਦੇ ਪਰਿਵਾਰ ਦੇ ਬੱਚਿਆਂ ਨੂੰ ਵੱਢਦਾ ਹੈ। ਇਸੇ ਤਰ੍ਹਾਂ ਗੰਗੂ ਜਦੋਂ ਆਨੰਦਪੁਰ ਸੀ ਤਾਂ ਬੜਾ ਵਫਾਦਾਰ ਸੀ, ਪਰ ਜਦੋਂ ਇਹਨੇ ਮੋਹਰਾਂ ਧਨ ਦੇਖਿਆ ਤੇ ਹੁਣ ਗੰਗੂ ਹਲਕੇ ਕੁੱਤੇ ਵਾਲੀ ਇਹਦੀ ਬਿਰਤੀ ਬਣ ਗਈ। ਇਹਨੇ ਸਭ ਤੋਂ ਪਹਿਲੋਂ ਕਹਿੰਦੇ ਮਾਲਕ ਦੇ ਬੱਚਿਆਂ ਦੇ ਉੱਪਰ ਹੀ ਇਹਨੇ ਹਮਲਾ ਕੀਤਾ। ਜਦੋਂ ਸਵੇਰ ਹੁੰਦੀ ਹੈ ਰਾਤ ਨੂੰ ਇਹ ਧਨ ਚੋਰੀ ਕਰ ਲੈਂਦਾ ਹੈ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ, ਗੰਗਿਆ ਕੁਝ ਕਿ ਇੱਥੇ ਰਾਤੀ ਮੋਹਰਾਂ ਪਈਆਂ ਸਨ ਤੇ ਪੁੱਤਰਾ ਤੂੰ ਤਾਂ ਨਹੀਂ ਕਿਤੇ ਹੋਰ ਪਾਸੇ ਚੱਕ ਕੇ ਰੱਖਤੀਆਂ। ਵੇਖੋ ਮਾਂ ਨੇ ਇਲਜ਼ਾਮ ਫਿਰ ਵੀ ਨਹੀਂ ਲਾਇਆ। ਤੇ ਹੁਣ ਜਿਹੜਾ ਬੰਦਾ ਇੰਜ ਕਹਿ ਲੋ ਲੋਭੀ ਹੋਵੇ, ਜਿਹੜਾ ਬੰਦਾ ਚੋਰ ਹੋਵੇ, ਤੇ ਆਪਾਂ ਕਹਿੰਦੇ ਵੀ ਚੋਰ ਦੇ ਪੈਰ ਨਹੀਂ ਹੁੰਦੇ, ਤਾਂ ਉਹ ਨਾਲ ਦੀ ਨਾਲ ਥਿੜਕ ਗਿਆ। ਕਹਿੰਦਾ ਤੁਸੀਂ ਮੇਰੀ ਕੀਤੀ ਹੋਈ ਸੇਵਾ ਦਾ ਤੁਸੀਂ ਆਹ ਮੁੱਲ ਉਤਾਰਦੇ ਹੋ। ਮੈਂ ਤੁਹਾਨੂੰ ਔਖੇ ਸਮੇਂ ਸਰਕਾਰ ਦੇ ਤੁਸੀਂ ਬਾਗੀ ਹੋ, ਬਚਾ ਕੇ ਆਪਣੇ ਘਰ ਰੱਖਿਆ, ਦੁੱਧ ਪਾਣੀ ਨਾਲ ਤੁਹਾਡੀ ਸੇਵਾ ਕੀਤੀ ਤੇ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਚੋਰੀ ਦਾ। ਮਾਂ ਕਹਿਣ ਲੱਗੀ, ਪੁੱਤਰਾ ਅੱਜ ਤੱਕ ਕਿਸੇ ਮਾਂ ਨੇ ਆਪਣੇ ਬੱਚਿਆਂ ਨੂੰ ਚੋਰ ਨਹੀਂ ਆਖਿਆ। ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਚੋਰ ਹੈ? ਪਰ ਕਹਿੰਦੇ ਉਹ ਆਪਣੀ ਇੱਜ਼ਤ ਨੂੰ ਬਚਾਉਣ ਦਾ ਮਾਰਾ ਤੇ ਸਰਕਾਰ ਤੋਂ ਇਨਾਮ ਲੈਣ ਦੇ ਮਾਰੇ ਨੇ ਗੰਗੂ ਨੇ ਕਹਿੰਦੇ ਜਾ ਕੇ ਪਿੰਡ ਵਿੱਚ ਰੌਲਾ ਪਾ ਦਿੱਤਾ। ਇੱਥੋਂ ਤੱਕ ਮੁਰਿੰਡੇ ਥਾਣੇ ਪਹੁੰਚਦਾ ਹੈ। 2 ਸਿਪਾਹੀ ਆਉਂਦੇ ਨੇ, ਕਿਉਂਕਿ ਜਿਹੜੇ 2 ਸਿਪਾਹੀ ਆਏ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਸਰਕਾਰ ਵੱਲੋਂ ਗੁਰੂ ਦੇ ਪੁੱਤਰਾਂ ਨੂੰ ਤੇ ਗੁਰੂ ਦੇ ਪਰਿਵਾਰ ਨੂੰ ਬਾਗੀ ਮੰਨਿਆ ਤੇ ਇਹਨਾਂ ਨੂੰ ਪਕੜਨਾ ਇੱਕ ਬਹੁਤ ਵੱਡੀ ਬਹਾਦਰੀ ਹੋਏਗੀ ਤੇ ਇਨਾਮ ਵਜੋਂ ਵੀ ਸਾਨੂੰ ਨਿਵਾਜਿਆ ਜਾਏਗਾ। ਕਹਿੰਦੇ ਦੋਵੇਂ ਸਾਹਿਬਜ਼ਾਦਿਆਂ ਨੂੰ ਪਕੜ ਕੇ ਲੈ ਗਏ ਨੇ ਮਾਤਾ ਗੁਜਰ ਕੌਰ ਜੀ ਨੂੰ ਮੁਰਿੰਡੇ ਥਾਣੇ ਵਿੱਚ। ਮੁਰਿੰਡੇ ਤੋਂ ਬਾਅਦ ਫਿਰ ਬੱਸੀ ਪਠਾਣਾ ਤੋਂ ਬਾਅਦ ਫਿਰ ਸਰਹੰਦ ਲੈ ਜਾਂਦੇ ਨੇ, ਜਿੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ, ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਵੱਡਾ ਮਹਾਨ ਹਰ ਸਾਲ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਇਧਰੋਂ ਚਮਕੌਰ ਦੀ ਗੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚਦੇ ਹਨ। ਭਾਵ 21 ਦਸੰਬਰ ਦੀ ਰਾਤ ਨੂੰ ਸਤਿਗੁਰੂ ਪਹੁੰਚੇ। 22 ਦਸੰਬਰ ਨੂੰ ਜਦੋਂ ਸਵੇਰ ਹੁੰਦੀ ਹੈ ਤਾਂ ਉਸੇ ਵਕਤ ਜੰਗ ਯੁੱਧ ਸ਼ੁਰੂ ਹੋ ਜਾਂਦਾ ਹੈ। ਤੇ ਇਹ ਜਿਹੜਾ ਸੂਬਾ ਸਰਹੰਦ ਵਜੀਦ ਖਾਂ ਸੀ, ਇਹ 7 ਪੋਹ ਦੀ ਜਿਹੜੀ ਸਮਾਪਤੀ ਹੋਈ ਨਾ ਜੰਗ ਦੀ, ਤੇ 8 ਪੋਹ ਨੂੰ ਇਹ ਸੂਬਾ ਸਰਹੰਦ ਵਜੀਦ ਖਾਂ ਬੜਾ ਨਮੋਸ਼ੀ ਵਾਲਾ ਮੂੰਹ ਬਣਾ ਕੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਨੇ ਇਹਨੇ ਹਮਲਾ ਵੀ ਕਰਵਾਇਆ, ਬੜਾ ਕੁਝ ਕੀਤਾ। ਪਰ ਕਹਿੰਦੇ ਨਮੋਸ਼ੀ ਵਾਲਾ ਮੂੰਹ ਬਣਾ ਕੇ ਕਹਿੰਦੇ ਜਦੋਂ ਇਹ ਫਤਿਹਗੜ੍ਹ ਸਾਹਿਬ ਪਹੁੰਚਿਆ ਤਾਂ ਇਹ ਬੜਾ ਦੁਖੀ ਸੀ। ਪਰ ਜਦੋਂ ਇਹਨੂੰ ਖਬਰ ਮਿਲੀ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ ਤੇ ਉਹਨਾਂ ਦੀ ਮਾਤਾ ਨੂੰ ਅਸੀਂ ਪਕੜ ਕੇ ਲਿਆਂਦਾ ਹੈ, ਜਿਹੜਾ ਕੰਮ ਵਜੀਦ ਖਾਂ ਤੇਰੀ 10 ਲੱਖ ਫੌਜ ਨੇ ਨਹੀਂ ਕੀਤਾ, ਉਹ ਕੰਮ ਕਹਿੰਦੇ ਅਸੀਂ 2 ਸਿਪਾਹੀਆਂ ਨੇ ਕਰ ਦਿੱਤਾ ਹੈ। ਗੰਗੂ ਨੇ ਸੋਚਿਆ ਸ਼ਾਇਦ ਮੈਨੂੰ ਇਨਾਮ ਦਿੱਤਾ ਜਾਏਗਾ। ਦੁਨੀਆ ਦੇ ਵਿੱਚ ਤੁਸੀਂ ਕਦੀ ਤੱਕਿਓ ਗੰਗੂ ਨੂੰ ਇੰਨਾ ਕੁ ਕਲੰਕੀ ਤੇ ਪਾਪੀ ਮੰਨਿਆ। ਦੁਨੀਆ ਦੇ ਵਿੱਚ ਅੱਜ ਤੱਕ ਕਿਸੇ ਮਾਂ ਨੇ ਆਪਣੇ ਪੁੱਤ ਦਾ ਨਾਮ ਗੰਗੂ ਨਹੀਂ ਰੱਖਿਆ। ਅੱਜ ਤੱਕ ਕੋਈ ਮਾਂ ਆਪਣੇ ਪੁੱਤ ਦਾ ਨਾਮ ਗੰਗੂ ਨਹੀਂ ਰੱਖੇਗੀ। ਪਰ ਕਹਿੰਦੇ ਗੰਗੂ ਨੂੰ ਵੀ ਉਹਨਾਂ ਨੇ ਪਕੜ ਲਿਆ, ਕਿਉਂਕਿ ਉਹਨੇ ਜਿਹੜੀ ਮਾਇਆ ਸੀ ਲੁਕੋ ਕੇ ਰੱਖੀ ਸੀ। ਹੁਣ ਜਿਹੜਾ ਗੰਗੂ ਪਾਪੀ ਸੀ ਉਹਨੂੰ ਨਾ ਤਾਂ ਗੁਰੂ ਵੱਲੋਂ
ਨਿਵਾਜਿਆ ਗਿਆ, ਨਾ ਹੀ ਸਰਕਾਰ ਵੱਲੋਂ ਨਿਵਾਜਿਆ ਗਿਆ। ਕਹਿੰਦੇ ਉਹਨੂੰ ਦੋਵਾਂ ਪਾਸੋਂ ਮਾਰ ਪਈ, ਕਿਉਂਕਿ ਜਿਹੜਾ ਬੰਦਾ ਪਾਪ ਕਰਦਾ ਨਾ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਤਾਂ ਉਹ ਕਰ ਬਹਿੰਦਾ ਪਰ ਉਹਨੂੰ ਪਿਆਰਾ ਲੱਗਦਾ ਹੈ, ਪਰ ਕਹਿੰਦੇ ਉਹਦਾ ਜਿਹੜਾ ਹਸ਼ਰ ਹੈ ਉਹ ਕਹਿੰਦੇ ਅਖੀਰ ਬੜਾ ਬੁਰਾ ਨਿਕਲਦਾ ਹੈ। ਇਤਿਹਾਸ ਕਹਿੰਦਾ ਦੋਵਾਂ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਸਰਹੰਦ ਲਿਆਂਦਾ ਗਿਆ, ਮਾਤਾ ਗੁਜਰੀ ਜੀ ਤੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਇਹ ਬੁਰਜ ਉਦੋਂ ਇੰਨਾ ਕੁ ਠੰਡਾ ਸੀ ਕਿ ਸੂਬਾ ਸਰਹੰਦ ਵਜੀਦ ਖਾਂ ਇੱਥੇ ਗਰਮੀਆਂ ਦੇ ਵਿੱਚ ਆ ਕੇ ਆਪਣੇ ਦਿਨ ਕੱਟਦਾ ਸੀ, ਤੇ ਗਰਮੀਆਂ ਦੇ ਵਿੱਚ ਵੀ ਇਹ ਬਹੁਤ ਠੰਡਾ ਸੀ, ਪਰ ਸਰਦੀਆਂ ਦੇ ਵਿੱਚ ਪੋਹ ਦੇ ਮਹੀਨੇ ਵਿੱਚ ਕਿੰਨਾ ਠੰਡਾ ਹੋਏਗਾ ਇਹ ਕੇਵਲ ਤੇ ਕੇਵਲ ਉਹ ਬੱਚੇ ਜਾਣਦੇ ਨੇ। ਤੇ ਜਦੋਂ ਆਪਾਂ ਬਾਣੀ ਪੜ੍ਹਦੇ ਨਾ, ਮਹੀਨਾ ਪੋਹ ਦਾ ਚੱਲਦਾ ਹੈ। ਵੈਸੇ ਸਾਨੂੰ ਦਸੰਬਰ ਮਹੀਨਾ ਅੰਗਰੇਜ਼ੀ ਮਹੀਨਾ ਇਹ ਯਾਦ ਹੈ, ਪਰ ਜਿੱਦਾਂ ਸਾਡੇ ਦੇਸੀ ਮਹੀਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਨੇ, ਸਾਨੂੰ ਇਹ ਵੀ ਯਾਦ ਹੋਣੇ ਚਾਹੀਦੇ ਨੇ। ਆ ਪੋਹ ਦੇ ਮਹੀਨੇ ਵਿੱਚ ਮੇਰੇ ਸਤਿਗੁਰਾਂ ਨੇ ਜ਼ਿਕਰ ਕੀਤਾ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਉ, ਮਨ ਬੇਦਿਆਂ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਪੋਖ ਤੁਖਾਰ ਦੇ ਅਰਥ ਹੁੰਦੇ ਨੇ ਠੰਡ, ਬਰਫ਼, ਸੀਤ ਲਹਿਰ। ਇਹ ਸੱਚ ਹੈ ਕਿ ਜਿਹਦੇ ਹਿਰਦੇ ਦੇ ਵਿੱਚ ਜਾਂ ਗੁਰੂ ਦੇ ਪ੍ਰਤੀ ਵਿਸ਼ਵਾਸ ਹੋਵੇ, ਭਰੋਸਾ ਹੋਵੇ ਆਪਣੇ ਮਾਲਕ ਦੇ ਪ੍ਰਤੀ, ਉਹਨੂੰ ਬਾਹਰ ਦੀ ਪੋਹ ਦੀ ਜਿਹੜੀ ਠੰਡ ਹੈ ਨਾ, ਉਹ ਵੀ ਉਹਦਾ ਕੁਝ ਵਿਗਾੜ ਨਹੀਂ ਸਕਦੀ। ਮਨ ਬੇਦਿਆਂ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਉਹਦਾ ਮਨ ਆਪਣੇ ਗੁਰੂ ਦੇ ਉਪਦੇਸ਼ ਦੇ ਨਾਲ, ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਸੂਬਾ ਸਰਹੰਦ ਵਜੀਦ ਖਾਂ ਨੇ ਫਿਰ ਪਹਿਲੀ ਕਚਹਿਰੀ ਲੱਗਦੀ ਹੈ, ਦੂਜੀ ਕਚਹਿਰੀ ਲੱਗਦੀ ਹੈ, ਤੀਜੀ ਜਦੋਂ ਪੇਸ਼ੀ ਹੁੰਦੀ ਹੈ ਤੇ ਮਾਤਾ ਗੁਜਰ ਕੌਰ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਭੇਜਦੇ ਨੇ ਕਿ ਬੱਚਿਓ ਅੱਜ ਤੁਸੀਂ ਜਾ ਰਹੇ ਹੋ ਤੇ ਮੈਨੂੰ ਇਹ ਵੀ ਪਤਾ ਹੈ ਤੁਸੀਂ ਅੱਜ ਕਚਹਿਰੀ ਚੱਲੇ ਹੋ ਤੇ ਅੱਜ ਤੁਸੀਂ ਵਾਪਸ ਪਰਤ ਕੇ ਨਹੀਂ ਆਉਣਾ, ਪਰ ਇੰਨਾ ਕੁ ਯਾਦ ਰੱਖਿਓ ਕਿ ਤੁਹਾਡੇ ਰਗਾਂ ਵਿੱਚ ਖੂਨ ਤੁਹਾਡੇ ਪਿਓ ਦਾਦੇ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ, ਤੇ ਇੰਨਾ ਕੁ ਯਾਦ ਰੱਖਿਓ ਭੁੱਲਿਓ ਨਾ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਫਰਜ਼ੰਦ ਹੋ। ਭਾਵੇਂ ਜੋ ਮਰਜ਼ੀ ਹੋ ਜੇ ਤੁਸੀਂ ਝੁਕਣਾ ਨਹੀਂ, ਤੁਸੀਂ ਕਹਿੰਦੇ ਸਿੱਖੀ ਤੋਂ ਮੁਨਕਰ ਨਹੀਂ ਹੋਣਾ, ਜਿੰਨੀ ਮਰਜ਼ੀ ਉਹ ਕੋਸ਼ਿਸ਼ ਕਰਨ। ਉਸੇ ਸਮੇਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਨੂੰ ਗਲਵੱਕੜੀ ਵਿੱਚ ਲੈ ਕੇ ਪਿਆਰ ਕਰਕੇ ਕਹਿਣ ਲੱਗੇ, ਮਾਤਾ ਤੂੰ ਵੇਖੀ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚੋਂ ਕਿਵੇਂ ਉੱਚੀ ਉੱਚੀ ਜਕਾਰਿਆਂ ਦੀਆਂ ਆਵਾਜ਼ਾਂ ਆਉਣਗੀਆਂ, ਅਸੀਂ ਸ਼ਹਾਦਤਾਂ ਤਾਂ ਪਾ ਜਾਾਂਗੇ ਪਰ ਸਿੱਖੀ ਸਿਦਕ ਅਸੀਂ ਬਿਲਕੁਲ ਵੀ ਤਿਆਗਾਂਗੇ ਨਹੀਂ। ਇਹ ਮੈਂ ਤਾਂ ਬੇਨਤੀ ਕੀਤੀ ਸੀ ਕਿ ਆਹ ਜਿਹੜਾ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਇਹ ਹੈ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ, ਪੋਹ ਦਾ ਮਹੀਨਾ। ਜੇ ਇਸ ਮਹੀਨੇ ਆਪਾਂ ਰੋਜ਼ ਵੀ ਸ਼ਹੀਦੀ ਦਿਹਾੜਾ ਮਨਾਈ ਜਾਈਏ ਨਾ, ਤਾਂ ਫਿਰ ਵੀ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੁੱਕਣੇ ਨਹੀਂ। ਦੋਵੇਂ ਸਾਹਿਬਜ਼ਾਦੇ ਅਖੀਰ ਕਹਿੰਦੇ ਸੂਬਾ ਸਰਹੰਦ ਵਜੀਦ ਖਾਂ ਬੜੀ ਕੋਸ਼ਿਸ਼ ਕਰਦਾ ਕਿ ਤੁਸੀਂ ਝੁਕ ਜਾਓ, ਈਨ ਮੰਨ ਲਓ, ਤੁਸੀਂ ਸਿੱਖੀ ਛੱਡ ਦਿਓ। ਇੱਥੋਂ ਤੱਕ ਵੀ ਆਖਿਆ ਕਿ ਸਾਹਿਬਜ਼ਾਦਿਓ ਪਿਤਾ ਤੁਹਾਰਾ, ਗੜੀ ਚਮਕੌਰ ਘੇਰ ਗਹਿ ਕਰ ਮਾਰਾ। ਤੁਹਾਡੇ ਪਿਓ ਨੂੰ ਅਸੀਂ ਚਮਕੌਰ ਦੀ ਗੜੀ ਦੇ ਵਿੱਚ ਘੇਰ ਕੇ ਮਾਰ ਦਿੱਤਾ ਹੈ, ਤੁਹਾਡਾ ਹੁਣ ਕੋਈ ਨਹੀਂ ਰਿਹਾ। ਅਖੀਰ ਵਿੱਚ ਸਾਹਿਬਜ਼ਾਦੇ ਕਹਿਣ ਲੱਗੇ ਦੁਨੀਆ ਦੇ ਵਿੱਚ ਅੱਜ ਤੱਕ ਕੋਈ ਜੰਮਿਆ ਨਹੀਂ ਜਿਹੜਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਰਨਾ ਤੇ ਦੂਰ ਦੀ ਗੱਲ, ਕੋਈ ਕਹਿੰਦੇ ਉਹਨੂੰ ਪਕੜ ਵੀ ਜਾਵੇ। ਇੰਨਾ ਉਹਨਾਂ ਨੂੰ ਵਿਸ਼ਵਾਸ ਆਪਣੇ ਗੁਰੂ ਤੇ, ਇੰਨਾ ਵਿਸ਼ਵਾਸ ਉਹਨਾਂ ਨੂੰ ਆਪਣੇ ਪਿਤਾ ਤੇ। ਇਹ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਸਾਨੂੰ ਜਿੰਨਾ ਵਿਸ਼ਵਾਸ ਉਹਨਾਂ ਸਾਹਿਬਜ਼ਾਦਿਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਹੈ, ਤੇ ਇੰਨਾ ਵਿਸ਼ਵਾਸ ਕਹਿੰਦੇ ਕਾਸ਼ ਸਾਨੂੰ ਵੀ ਆਪਣੇ ਗੁਰੂ ਤੇ ਬਣ ਜੇ। ਇਹ ਕਥਾ ਕੀਰਤਨ ਗੁਰਮਤਿ ਸਮਾਗਮ ਬਾਣੀ ਦਾ ਪਾਠ ਹੋਣਾ, ਇਹ ਸਭ ਕੁਝ ਸਾਡੇ ਥਿੜਕੇ ਡਿੱਗੇ ਢਹਿੰਦੇ ਮਨਾਂ ਨੂੰ, ਜਿਹੜੇ ਅਸੀਂ ਰੋਜ਼-ਰੋਜ਼ ਆਲਸੀ ਹੋ ਜਾਂਦੇ ਆ, ਇਸ ਮਨ ਨੂੰ ਉਦਮ ਕਰਨ ਵਾਸਤੇ ਇਹ ਸਾਰੇ ਸਮਾਗਮ ਕੀਤੇ ਜਾਂਦੇ ਨੇ। ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ। ਇੱਧਰੋਂ ਚਮਕੌਰ ਦੀ ਗੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਅਜੀਤ ਸਿੰਘ ਜੀ ਆਗਿਆ ਲੈ ਕੇ ਰਣ ਤੱਤੇ ਦੇ ਵਿੱਚ ਜਾਂਦੇ ਨੇ, ਉਹ ਵੀ ਸ਼ਹੀਦੀ ਪਾ ਜਾਂਦੇ ਨੇ। ਬਾਬਾ ਜੁਝਾਰ ਸਿੰਘ ਜੀ ਉਹ ਵੀ ਸ਼ਹੀਦੀ ਪਾ ਜਾਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਦੇ ਵਿੱਚ ਦੋਵਾਂ ਪੁੱਤਾਂ ਨੂੰ ਸ਼ਹੀਦ ਹੁੰਦਿਆਂ ਉੱਚੀ ਉੱਚੀ ਜਕਾਰੇ ਛੱਡਦੇ ਨੇ ਤੇ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਨੇ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸਿਓ ਕਿਆ ਕੀਜੈ। ਜਿਹਦੀ ਅਮਾਨਤ ਸੀ ਉਹ ਵਾਹਿਗੁਰੂ ਪ੍ਰਮਾਤਮਾ ਲੈ ਗਿਆ। ਧੰਨ ਹੈ ਜਿਗਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ।
ਇੱਕ ਜਗ੍ਹਾ ਮੈਂ ਕਥਾ ਕਰ ਰਿਹਾ ਸੀ, ਆਸਟ੍ਰੇਲੀਆ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਉੱਥੇ। ਚਲੋ ਮੈਂ ਵੀ ਹੁਣ ਫਤਿਹ ਦੀ ਸਾਂਝ ਕਰਾਂ। ਵਿਆਹ 'ਤੇ ਮੈਂ ਕਥਾ ਕਰ ਰਿਹਾ ਸੀ ਅਤੇ ਆਹੀ ਦਿਨ ਚੱਲ ਰਹੇ ਸਨ, ਪੋਹ ਦਾ ਮਹੀਨਾ। ਕਥਾ ਜਦੋਂ ਸ਼ੁਰੂ ਕੀਤੀ ਅਤੇ ਆਨੰਦ ਕਾਰਜ ਹੋ ਰਹੇ ਸਨ, ਕਥਾ ਦੇ ਵਿੱਚ ਮੈਂ ਇੱਦਾਂ ਹੀ ਸਾਹਿਬਜ਼ਾਦਿਆਂ ਦਾ ਜ਼ਿਕਰ ਕਰ ਦਿੱਤਾ ਅਤੇ ਉਹ ਜਿਹੜਾ ਘਰ ਵਾਲਾ ਸੀ ਨਾ, ਉਹ ਆ ਕੇ ਮੇਰੇ ਕੰਨ ਵਿੱਚ ਕਹਿੰਦਾ, ਬਾਬਾ ਜੀ ਮੇਰਾ ਇੱਕੋ ਇੱਕ ਪੁੱਤਰ ਹੈ ਅਤੇ ਉਹਦਾ ਮੈਂ ਵਿਆਹ ਕਰਨ ਲੱਗਿਆ ਅਤੇ ਤੁਸੀਂ ਇੱਥੇ ਗੱਲਾਂ ਖੁਸ਼ੀ ਦੀਆਂ ਕਰਨੀਆਂ ਸੀ ਅਤੇ ਗੱਲਾਂ ਤੁਸੀਂ ਕਰਦੇ ਪਏ ਹੋ ਮੌਤ ਦੀਆਂ ਅਤੇ ਸ਼ਹੀਦਾਂ ਦੀਆਂ। ਤੁਸੀਂ ਤੇ ਕਹਿੰਦੇ ਸਾਰਾ ਵਿਆਹ ਹੀ ਕਹਿੰਦੇ ਐਵੇਂ ਤੁਸੀਂ ਵਿਰਾਗ ਦੇ ਵਿੱਚ ਤਬਦੀਲ ਕਰ ਦਿੱਤਾ। ਅਤੇ ਉਸੇ ਵਕਤ ਮੈਥੋਂ ਰਿਹਾ ਨਾ ਗਿਆ ਅਤੇ ਮੈਂ ਆਖਿਆ, ਸਰਦਾਰ ਜੀ ਜੇ ਅੱਜ ਆਪਣੇ ਧੀਆਂ ਪੁੱਤਰਾਂ ਦੇ ਤੁਸੀਂ ਵਿਆਹ ਕਰ ਰਹੇ ਹੋ ਤਾਂ ਇਹ ਵਿਆਹ ਵੀ ਪੁੱਤਰ ਦਾ ਤੂੰ ਤਾਂ ਕਰਦਾ ਜੇ ਮੇਰੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ 4 ਸਾਹਿਬਜ਼ਾਦੇ ਦੇਸ਼ ਕੌਮ ਧਰਮ ਤੋਂ ਵਾਰੇ ਨੇ, ਤਾਂ ਅਸੀਂ ਅੱਜ ਆਪਣੇ ਪੁੱਤਰਾਂ ਦੇ ਵਿਆਹ ਕਰ ਰਹੇ ਹਾਂ, ਤਾਂ ਅਸੀਂ ਖੁਸ਼ੀਆਂ ਮਨਾ ਰਹੇ ਹਾਂ। ਉਸ ਗੁਰੂ ਨੇ ਤਾਂ ਸਾਡੇ ਵੱਲ ਮੂੰਹ ਕਰਕੇ ਆਖਿਆ ਸੀ, ਉਂਗਲੀ ਕਰਕੇ, ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਮੈਂ ਅਰਜ਼ ਕੀਤੀ, ਜੇ ਗੁਰੂ ਨੇ ਪੁੱਤਰ ਵਾਰੇ ਨੇ ਤੇ ਤਾਂ ਹੀ ਅੱਜ ਅਸੀਂ ਆਪਣੇ ਪੁੱਤਰਾਂ ਤੋਂ ਮਾਵਾਂ ਪਾਣੀ ਵਾਰ ਕੇ ਪੀਂਦੀਆਂ ਨੇ। ਆ ਪਾਣੀ ਵਾਰ ਕੇ ਜਿਹੜਾ ਪੀਨੇ ਆ ਨਾ, ਇਹ ਮੌਕਾ ਗੁਰੂ ਨੇ ਆਪਣੇ ਪੁੱਤਰ ਵਾਰ ਕੇ ਫੇਰ ਸਾਨੂੰ ਇਹ ਮੌਕਾ ਦਿੱਤਾ ਹੈ। ਤੇ ਉਹਨਾਂ ਸਾਹਿਬਜ਼ਾਦਿਆਂ ਨੂੰ ਵੀ ਆਪਾਂ ਯਾਦ ਕਰਨਾ ਸ਼ਹੀਦੀ ਦਿਹਾੜੇ ਨੂੰ, ਜਿੱਥੇ ਅਸੀਂ, ਮੈਂ ਆਰੰਭ ਦੇ ਵਿੱਚ ਹੀ ਇਹ ਬੇਨਤੀ ਕੀਤੀ ਸੀ ਕਿ ਜਿੱਥੇ ਆਪਾਂ ਇਹਨਾਂ ਮੁਲਕਾਂ ਵਿੱਚ ਰਹਿੰਦੇ ਆ, ਇਹਨਾਂ ਲੋਕਾਂ ਨੂੰ ਵਧਾਈਆਂ ਦਿੰਦੇ ਆ ਤੇ ਨਾਲ ਉਹਨਾਂ ਨੂੰ ਆਪਣੇ ਵੀ ਥੋੜ੍ਹੀ ਜਿਹੀ ਸਾਡੇ ਆਪਣੇ ਸ਼ਹੀਦਾਂ ਦਾ ਵੀ ਜ਼ਿਕਰ ਕਰੋ ਕਿ ਆ ਦਸੰਬਰ ਮਹੀਨੇ ਦੇ ਵਿੱਚ ਸਾਡੇ ਵੀ ਬਹੁਤ ਵੱਡੇ ਬਾਬੇ ਹੋਏ ਨੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਸਾਡੀ ਕੌਮ ਦੇ ਵਿੱਚ ਵੀ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਨੇ। ਇਹ ਲੋਕ ਇੰਨੇ ਕੁ ਚੰਗੇ ਨੇ, ਆਪਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਆਪਣੇ ਸ਼ਹੀਦਾਂ ਦੀ ਗੱਲ ਦੱਸਾਂਗੇ ਤਾਂ ਇਹ ਵੀ ਬੜੇ ਹੈਰਾਨ ਹੋਣਗੇ ਕਿ ਧੰਨ ਹੈ ਇਹ ਕੌਮ ਜਿਸ ਕੌਮ ਦੇ ਵਿੱਚ ਏਡੀਆਂ ਵੱਡੀਆਂ ਸ਼ਹੀਦੀਆਂ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਜਿੰਦਾਂ ਭਾਵੇਂ ਛੋਟੀਆਂ ਸਨ ਪਰ ਸ਼ਹੀਦੀਆਂ ਬਹੁਤ ਵੱਡੀਆਂ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਸੋ ਸਮੂਹ ਪਰਿਵਾਰ ਨੂੰ ਨਵੇਂ ਮਕਾਨ ਗ੍ਰਹਿ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸਤਿਗੁਰੂ ਜੀ ਬਖਸ਼ਿਸ਼ ਕਰਨ, ਕਿਰਪਾ ਕਰਨ, ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਦਰੋਂ ਕਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਨ। ਸਰਦਾਰ ਸਤਨਾਮ ਸਿੰਘ ਔਰ ਬੀਬਾ ਜਸਵਿੰਦਰ ਕੌਰ ਵੱਲੋਂ, ਬੀਬਾ ਬਲਜੀਤ ਕੌਰ, ਸਮੂਹ ਪਰਿਵਾਰ ਵੱਲੋਂ ਜਿੰਨੇ ਵੀ ਤੁਸੀਂ ਆਏ ਹੋ ਦੂਰ ਦੁਰਾਡਿਆਂ ਤੋਂ ਚੱਲ ਕੇ, ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਜ਼ਿਆਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਮਾਲਾ ਪੜਾਇਆ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੂੰ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋਂ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੂੰ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਹੋ। ਸ਼ਬਦ ਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਉਦਵਾਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਤੂੰ ਜਨ ਕੋ ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।